ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਹਿਨੂਰ ਦਾ ਇਤਿਹਾਸ। ਨਾਦਰ ਸ਼ਾਹ ਨੇ ਉੱਤਰੀ ਭਾਰਤ ਉੱਤੇ 50,000 ਦੀ ਸ਼ਕਤੀਸ਼ਾਲੀ ਫੌਜ ਦੇ ਨਾਲ ਹਮਲਾ ਕੀਤਾ ਅਤੇ 1 ਮਾਰਚ 1739 ਵਿੱਚ ਉਸਨੇ ਦਿੱਲੀ ਉੱਤੇ ਅਤੇ ਫਿਰ ਲਾਹੌਰ ਉੱਤੇ ਹਮਲਾ ਕਰਕੇ ਚੰਗੀ ਚੋਖੀ ਲੁੱਟਮਾਰ ਅਤੇ ਕੁੱਟਮਾਰ ਕੀਤੀ। ਦਿੱਲੀ ਵਿੱਚ ਤਾਂ ਉਸਨੇ ਲੁੱਟਮਾਰ ਅਤੇ ਕਤਲੇਆਮ ਦਾ ਬਾਕਾਇਦਾ ਹੁਕਮ ਵੀ ਜਾਰੀ ਕੀਤਾ। ਉਪਰੰਤ 25 ਮਈ 1739 ਨੂੰ ਲੁੱਟ ਦਾ ਮਾਲ ਲੈ ਕੇ ਜਦੋਂ ਨਾਦਰ ਸ਼ਾਹ ਵਾਪਸ ਈਰਾਨ ਵੱਲ ਪਰਤਿਆ ਤਾਂ ਸਿੱਖਾਂ ਨੇ ਇਸ ਦੀਆਂ ਫੌਜਾਂ ਨੂੰ ਲੁੱਟ ਲਿਆ। ਇਸ ਲੁੱਟ ਵਿੱਚ ਨਾਦਰ ਸ਼ਾਹ ਨੂੰ 70 ਕਰੋੜ ਰੁਪਏ ਦੀ ਕੀਮਤ ਦੇ ਹੀਰੇ ਜਵਾਹਰਾਤ ਅਤੇ ਸੋਨਾ, ਜਿਸ ਵਿੱਚ ਬੇਸ਼ਕੀਮਤੀ ਕੋਹਿਨੂਰ ਹੀਰਾ ਵੀ ਸ਼ਾਮਿਲ ਸੀ, 20 ਕਰੋੜ ਰੁਪਏ ਨਗਦ, ਵੱਡੀ ਗਿਣਤੀ ਵਿੱਚ ਹਾਥੀ, ਘੋੜੇ ਅਤੇ ਹਜ਼ਾਰਾਂ ਊਠ ਹਾਸਿਲ ਹੋਏ। ਇਸ ਤੋਂ ਇਲਾਵਾ ਉਹ ਹਜ਼ਾਰਾਂ ਕਾਰੀਗਰ ਅਤੇ ਨੌਜਵਾਨ ਕਿਸ਼ੋਰਾਂ, 10,000 ਤੋਂ ਵੱਧ ਖੂਬਸੂਰਤ ਔਰਤਾਂ, ਇੱਥੋਂ ਤੱਕ ਕਿ ਬਾਦਸ਼ਾਹ ਦੀ ਜਵਾਨ ਧੀ ਬੇਸ਼ਕੀਮਤੀ ਕੋਹਿਨੂਰ ਹੀਰਾ ਅਤੇ ਤਖਤੇ ਤਾਊਸ ਲੈ ਕੇ 25 ਮਈ 1739 ਦੇ ਦਿਨ ਈਰਾਨ ਨੂੰ ਵਾਪਸ ਚੱਲ ਪਿਆ। ਜਦੋਂ ਨਾਦਰ ਸ਼ਾਹ ਦੀ ਫੌਜ ਲੁੱਟ ਦਾ ਸਮਾਨ ਲੈ ਕੇ ਵਾਪਸ ਜਾ ਰਹੀ ਸੀ ਤਾਂ ਰਸਤੇ ਵਿੱਚ ਸਿੱਖਾਂ ਨੇ ਉਸ ਉੱਤੇ ਜਗ੍ਹਾ ਜਗ੍ਹਾ ਅਨੇਕਾਂ ਵਾਰ ਹਮਲਾ ਕੀਤਾ ਅਤੇ ਸਾਰੀਆਂ ਹਿੰਦੂ ਔਰਤਾਂ ਨੂੰ ਛੁਡਾ ਲਿਆ। ਸਿੰਘਾਂ ਨੇ ਅਖਨੂਰ ਕੋਲ ਆਖਰੀ ਵਾਰ ਹਮਲਾ ਕਰਕੇ ਬਹੁਤ ਸਾਰਾ ਅਸਲਾ, ਘੋੜੇ ਤੇ ਖਜ਼ਾਨਾ ਲੁੱਟ ਲਿਆ, ਪਰ ਕੋਹਿਨੂਰ ਹੀਰਾ ਨਾ ਲੁੱਟ ਸਕੇ ਜੋ ਉਸਨੇ ਪੂਰੀ ਹਿਫਾਜ਼ਤ ਦੇ ਨਾਲ ਰੱਖਿਆ ਹੋਇਆ ਸੀ। ਕੋਹਿਨੂਰ ਹੀਰੇ ਦਾ ਆਪਣਾ ਹੀ ਇੱਕ ਖੂਨੀ ਇਤਿਹਾਸ ਹੈ। ਸਾਲ 1256 ਦੇ ਦੌਰਾਨ ਇਹ ਹੀਰਾ ਆਂਧਰਾ ਪ੍ਰਦੇਸ਼ ਦੇ ਗੰਟੂਰ ਜ਼ਿਲ੍ਹੇ ਦੇ ਕੋਲੂਰ ਦੀਆਂ ਕੌਲ ਖਾਣਾਂ ਵਿੱਚੋਂ ਮਿਲਿਆ ਸੀ। ਖੁਦਾਈ ਵਕਤ ਇਸ ਦਾ ਉਸ ਵਕਤ ਕੁੱਲ ਭਾਰ 158.6 ਗ੍ਰਾਮ ਸੀ। ਇਹ ਉਹ ਹੀਰਾ ਹੈ ਜੋ 100% ਪਾਰਦਰਸ਼ੀ, ਉੱਚਤਮ ਗੁਣਵੰਤਾ ਦੇ ਨਾਲ ਭਰਪੂਰ ਹੈ। ਸਭ ਤੋਂ ਪਹਿਲਾਂ ਇਹ ਬੇਸ਼ਕੀਮਤੀ ਹੀਰਾ ਤੇਲੰਗਾਨਾ ਦੇ ਵਾਰੰਗਲ ਦੇ ਕੈਕਾਤੀਆ ਵੰਸ਼ ਦੇ ਕਬਜ਼ੇ ਵਿੱਚ ਸੀ। 14ਵੀਂ ਸਦੀ ਵਿੱਚ ਜਦੋਂ ਦਿੱਲੀ ਦੇ ਬਾਦਸ਼ਾਹ ਅਲਾਉਦੀਨ ਖਿਲਜੀ ਦੇ ਇੱਕ ਜਰਨਲ ਕਾਫੂਰ ਨੇ ਦੱਖਣੀ ਭਾਰਤ 'ਤੇ ਹਮਲੇ ਕਰਨੇ ਸ਼ੁਰੂ ਕੀਤੇ ਤਾਂ ਜਨਰਲ ਕਾਫੂਰ ਨੇ ਸਾਲ 1310 ਦੇ ਦੌਰਾਨ ਵਾਰੰਗਲ 'ਤੇ ਕਬਜ਼ਾ ਕਰ ਲਿਆ ਅਤੇ ਕੈਕਾਤੀਆ ਨੇ ਇਹ ਹੀਰਾ ਆਪਣੀ ਜਾਨ ਬਖਸ਼ੀ ਦੇ ਐਵਜ਼ ਵਜੋਂ ਕਾਫੂਰ ਦੇ ਹਮਲੇ ਕਰ ਦਿੱਤਾ। ਕਾਫੂਰ ਦੀ ਜਿੱਤ ਦੀ ਖੁਸ਼ੀ ਵਿੱਚ ਅਲਾਉਦੀਨ ਖਿਲਜੀ ਨੇ ਇੱਕ ਸ਼ਾਨਦਾਰ ਸਮਾਗਮ ਰੱਖਿਆ ਜਿਸ ਵਿੱਚ ਇਹ ਹੀਰਾ ਉਸਨੇ ਅਲਾਉਦੀਨ ਖਿਲਜੀ ਨੂੰ ਬਤੌਰ ਤੋਹਫੇ ਦੇ ਭੇਟ ਦਿੱਤਾ। ਫਿਰ ਦਿੱਲੀ ਸਲਤਨਤ ਦੇ ਵੱਖ-ਵੱਖ ਖਾਨਦਾਨਾਂ ਅਤੇ ਵੰਸ਼ਾਂ ਦੇ ਕਬਜ਼ੇ ਵਿੱਚ ਇਹ ਇੱਕ ਤੋਂ ਦੂਜੇ ਦੇ ਕਬਜ਼ਿਆਂ ਵਿੱਚ ਸਫ਼ਰ ਕਰਦਾ ਰਿਹਾ ਅਤੇ ਸਾਲ 1526 ਦੇ ਦੌਰਾਨ ਇਹ ਬਾਦਸ਼ਾਹ ਬਾਬਰ ਦੇ ਹੱਥ ਲੱਗ ਗਿਆ। ਇਸ ਨੂੰ ਵੱਖ-ਵੱਖ ਸਮੇਂ ਵੱਖ-ਵੱਖ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ। ਜਦੋਂ ਸ਼ਾਹਜਹਾਨ ਬਾਦਸ਼ਾਹ ਬਣਿਆ ਤਾਂ ਉਸਨੇ ਇਸ ਨੂੰ ਆਪਣੇ ਤਖਤੇ ਤਾਊਸ ਵਿੱਚ ਜੜਵਾ ਲਿਆ। 15 ਜੂਨ 1659 ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਔਰੰਗਜ਼ੇਬ ਦੀ ਤਾਜਪੋਸ਼ੀ ਹੋਈ। ਆਪਣੀ ਤਾਜਪੋਸ਼ੀ ਤੋਂ ਪਹਿਲਾਂ ਉਸਨੇ ਆਪਣੇ ਸਕੇ ਪਿਓ ਸ਼ਾਹਜਹਾਨ ਨੂੰ ਕੈਦ ਕਰ ਲਿਆ। ਇੰਝ ਉਸਨੇ ਹਿੰਦੁਸਤਾਨ ਅਤੇ ਕੋਹਿਨੂਰ ਦੋਵਾਂ 'ਤੇ ਆਪਣਾ ਕਬਜ਼ਾ ਜਮਾ ਲਿਆ। ਔਰੰਗਜ਼ੇਬ ਦੇ ਰਾਜ ਦੇ ਵਕਤ ਪਹਿਲੀ ਵਾਰ ਇਸ ਬੇਸ਼ਕੀਮਤੀ ਹੀਰੇ ਦੀ ਕਟਾਈ ਅਤੇ ਪਾਲਿਸ਼ ਕਰਵਾਈ ਗਈ ਅਤੇ ਇਸ ਨੂੰ ਨਵੀਂ ਨੁਹਾਰ ਦੇਣ ਦੇ ਲਈ ਇਟਲੀ ਦੇ ਵਿਨਿਸ ਸ਼ਹਿਰ ਦੇ ਉਸ ਵੇਲੇ ਦੇ ਨਾਮਵਰ ਜੌਹਰੀ ਹਾਰਟੈਂਜੋ ਬੋਰਗੀਆ ਨੂੰ ਸੱਦਿਆ ਗਿਆ। ਇਸ ਕੰਮ ਦੇ ਲਈ ਹਿੰਦੁਸਤਾਨ ਦੇ 7 ਹੋਰ ਜੌਹਰੀ ਉਸ ਦੀ ਮਦਦ ਦੇ ਲਈ ਉਸ ਨੂੰ ਦਿੱਤੇ ਗਏ, ਪਰ ਉਸਨੇ ਇਸ ਕੰਮ ਵਿੱਚ ਇੰਨੀ ਅਣਗਹਿਲੀ ਕਰ ਦਿੱਤੀ ਕਿ ਕੋਹਿਨੂਰ ਨੂੰ ਕੱਟ ਵੱਢ ਕੇ 158.6 ਗ੍ਰਾਮ ਤੋਂ ਸਿਰਫ 37 ਗ੍ਰਾਮ ਦਾ ਕਰ ਦਿੱਤਾ। ਕਟਾਈ ਤੋਂ ਮਗਰੋਂ ਜਦੋਂ ਕੋਹਿਨੂਰ ਹੀਰਾ ਔਰੰਗਜ਼ੇਬ ਅੱਗੇ ਪੇਸ਼ ਕੀਤਾ ਗਿਆ ਤਾਂ ਉਹ ਗੁੱਸੇ ਵਿੱਚ ਲਾਲ ਪੀਲਾ ਹੋਇਆ, ਕੰਬਣ ਲੱਗ ਪਿਆ। ਉਸਨੇ ਉਸੇ ਵੇਲੇ ਇਹਨਾਂ 7 ਸਹਾਇਕਾਂ ਨੂੰ ਫਾਂਸੀ ਦੇ ਦਿੱਤੀ, ਪਰ ਵਿਦੇਸ਼ੀ ਹੋਣ ਕਰਕੇ ਹਾਰਟੈਂਜੋ ਬੋਰਗੀਆ ਦਾ ਸਿਰ ਤਾਂ ਕਲਮ ਹੋਣੋਂ ਬਚ ਗਿਆ, ਪਰ ਉਸ ਨੂੰ 10,000 ਰੁਪਏ ਦਾ ਜੁਰਮਾਨਾ ਕੀਤਾ ਗਿਆ। ਸਾਲ 1739 ਵਿੱਚ ਨਾਦਰ ਸ਼ਾਹ ਨੇ ਭਾਰਤ 'ਤੇ ਜਦੋਂ ਹਮਲਾ ਕੀਤਾ ਤਾਂ ਉਸਨੇ ਮੁਗਲ ਬਾਦਸ਼ਾਹ
ਮੁਹੰਮਦ ਸ਼ਾਹ ਰੰਗੀਲਾ ਦੀ ਫੌਜ ਨੂੰ ਕਰਨਾਲ ਦੀ ਲੜਾਈ ਵਿੱਚ ਸ਼ਿਕਸਤ ਦੇ ਕੇ ਭਾਂਜ ਪਾ ਦਿੱਤੀ ਅਤੇ ਦਿੱਲੀ ਦੇ ਤਖਤ 'ਤੇ ਕਬਜ਼ਾ ਕਰ ਲਿਆ। ਮੁਹੰਮਦ ਸ਼ਾਹ ਰੰਗੀਲੇ ਨੇ ਕੋਹਿਨੂਰ ਨੂੰ ਨਾਦਰ ਸ਼ਾਹ ਤੋਂ ਬਚਾਉਣ ਦੇ ਲਈ ਆਪਣੀ ਪਗੜੀ ਵਿੱਚ ਛੁਪਾ ਲਿਆ ਸੀ। ਨਾਦਰ ਸ਼ਾਹ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਸ ਬੇਸ਼ਕੀਮਤੀ ਹੀਰੇ ਨੂੰ ਮੁਹੰਮਦ ਸ਼ਾਹ ਨੇ ਆਪਣੀ ਦਸਤਾਰ ਵਿੱਚ ਛੁਪਾ ਰੱਖਿਆ ਹੈ। ਇਤਨੇ ਵਿੱਚ ਦੋਹਾਂ ਧਿਰਾਂ ਵਿੱਚ ਸੰਧੀ ਹੋ ਗਈ ਅਤੇ ਨਾਦਰ ਸ਼ਾਹ ਨੇ ਇਸ ਸਮਝੌਤੇ ਵਿੱਚ ਪਗੜੀ ਵਟਾਉਣ ਦੇ ਬਹਾਨੇ ਆਪਣੀ ਪਗੜੀ ਮੁਹੰਮਦ ਸ਼ਾਹ ਰੰਗੀਲੇ ਦੇ ਸਿਰ ਤੇ ਉਸ ਦੀ ਪਗੜੀ ਆਪਣੇ ਸਿਰ 'ਤੇ ਰੱਖ ਲਈ। ਜਦੋਂ ਨਾਦਰ ਸ਼ਾਹ ਆਪਣੇ ਕੈਂਪ ਵਿੱਚ ਪੁੱਜਾ ਤਾਂ ਉਸਨੇ ਪਗੜੀ ਵਿੱਚੋਂ ਚਮਚਮਾਉਂਦਾ ਹੀਰਾ ਜਦੋਂ ਵੇਖਿਆ ਤਾਂ ਖੁਸ਼ੀ ਨਾਲ ਉਛਲ ਕੇ ਬੋਲਿਆ, ਵਾਹ ਕੋਹਿਨੂਰ, 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 ਭਾਵ ਰੌਸ਼ਨੀ ਦਾ ਚਮਕਦਾ ਪਹਾੜ। ਸੋ ਇੰਜ ਇਸ ਹੀਰੇ ਕੋਹਿਨੂਰ ਨੂੰ ਪੱਕਾ ਨਾਂ ਪ੍ਰਾਪਤ ਹੋ ਗਿਆ। ਸੋ ਮੁਗਲਾਂ ਦੀਆਂ 9 ਪੀੜ੍ਹੀਆਂ ਦੇ ਨਾਲ ਜੁੜੇ ਇਤਿਹਾਸ ਵਿੱਚ ਤਖਤੇ ਤਾਊਸ ਅਤੇ ਕੋਹਿਨੂਰ ਦਾ ਬੇਸ਼ਕੀਮਤੀ ਇਹ ਖਜ਼ਾਨਾ ਇੱਕ ਵਾਰ ਫੇਰ ਲੁੱਟ ਦੇ ਰਾਹ ਪੈ ਗਿਆ। ਇਹ ਲੁੱਟ ਨੇ ਈਰਾਨ ਨੂੰ ਇੰਨਾ ਅਮੀਰ ਕਰ ਦਿੱਤਾ ਕਿ ਨਾਦਰ ਸ਼ਾਹ ਨੇ ਖੁਸ਼ ਹੋ ਕੇ ਅਵਾਮ ਦੇ ਹਰ ਤਰ੍ਹਾਂ ਦੇ ਟੈਕਸ 3 ਸਾਲ ਲਈ ਮਾਫ ਕਰ ਦਿੱਤੇ। 19 ਜੂਨ 1747 ਵਾਲੇ ਦਿਨ ਨਾਦਰ ਸ਼ਾਹ ਦੇ ਕਤਲ ਤੋਂ ਬਾਅਦ ਕੋਹਿਨੂਰ ਹੀਰਾ ਉਸਦੇ ਜਰਨੈਲ ਅਹਿਮਦ ਸ਼ਾਹ ਅਬਦਾਲੀ ਦੇ ਕਬਜ਼ੇ ਵਿੱਚ ਆ ਗਿਆ। ਅਬਦਾਲੀ ਨੂੰ ਆਧੁਨਿਕ ਅਫਗਾਨਿਸਤਾਨ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ। 16 ਅਕਤੂਬਰ 1772 ਨੂੰ 50 ਵਰ੍ਹੇ ਉਮਰ ਭੋਗ ਕੇ ਅਤੇ ਲੋਕਾਈ 'ਤੇ ਜ਼ੁਲਮ ਕਰਦਾ ਇਸ ਸੰਸਾਰ ਤੋਂ ਚਲਾ ਗਿਆ। ਉਸ ਦੀ ਮੌਤ ਤੋਂ ਬਾਅਦ ਇਹ ਕੋਹਿਨੂਰ ਹੀਰਾ ਅਬਦਾਲੀ ਦੇ ਵਾਰਸ ਸ਼ਾਹ ਸੁਜਾ ਦੇ ਕਬਜ਼ੇ ਵਿੱਚ ਆ ਗਿਆ। ਸ਼ਾਹ ਸੁਜਾ ਦਾ ਤਖਤਾ ਮਹਿਮੂਦ ਸ਼ਾਹ ਵੱਲੋਂ ਪਲਟਣ ਤੋਂ ਬਾਅਦ ਸ਼ਾਹ ਸੁਜਾ ਲਾਹੌਰ ਵੱਲ ਭੱਜ ਗਿਆ। ਸ਼ਾਹ ਸੁਜਾ ਨੇ ਆਪਣੀ ਜਾਨ ਬਚਾਉਣ ਦੇ ਲਈ 1813 ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਪਾਸ ਜਾ ਕੇ ਪਨਾਹ ਲੈ ਲਈ ਤਾਂ ਇਸ ਨੇ ਆਪਣੀ ਜਾਨ ਬਚਾਉਣ ਦੇ ਐਵਜ਼ ਵਜੋਂ ਕੋਹਿਨੂਰ ਹੀਰਾ ਮਹਾਰਾਜਾ ਸਾਹਿਬ ਨੂੰ ਦੇ ਦਿੱਤਾ। ਮਹਾਰਾਜਾ ਰਣਜੀਤ ਸਿੰਘ ਇਸ ਹੀਰੇ ਨੂੰ ਆਪਣੀ ਬਾਹਾਂ ਦੇ ਉੱਪਰ ਡੌਲਿਆਂ ਨਾਲ ਬੰਨ੍ਹਿਆ ਕਰਦੇ ਸਨ। 19 ਅਪ੍ਰੈਲ 1852 ਨੂੰ ਅੰਗਰੇਜ਼ਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾਉਣ ਦੇ ਲਈ ਇੰਗਲੈਂਡ ਭੇਜ ਦਿੱਤਾ ਗਿਆ ਅਤੇ ਬਾਅਦ ਵਿੱਚ 8 ਮਾਰਚ 1853 ਨੂੰ ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਦਿੱਤਾ ਗਿਆ। ਸਭ ਤੋਂ ਦੁਖਦਾਈ ਗੱਲ ਜੋ ਦਿਲ 'ਤੇ ਪੱਥਰ ਰੱਖ ਕੇ ਦੱਸਣੀ ਪੈ ਰਹੀ ਹੈ ਉਹ ਇਹ ਹੈ ਕਿ ਈਸਾਈ ਧਰਮ ਅਪਣਾਉਣ ਤੋਂ ਕੁਝ ਦਿਨ ਪਹਿਲਾਂ ਮਹਾਰਾਜਾ ਦਲੀਪ ਸਿੰਘ ਨੇ ਆਪਣੇ ਕੇਸਾਂ ਨੂੰ ਲੇਡੀ ਲੌਗਿਨ ਨੂੰ ਤੋਹਫੇ ਵਜੋਂ ਭੇਟ ਦਿੱਤੇ। 4 ਸਤੰਬਰ 1849 ਨੂੰ ਇੰਗਲੈਂਡ ਵਿਖੇ ਮਹਾਰਾਜਾ ਦਲੀਪ ਸਿੰਘ ਦਾ ਜਨਮ ਦਿਨ ਈਸਾਈ ਰੀਤ ਦੇ ਮੁਤਾਬਿਕ ਮਨਾਇਆ ਗਿਆ। ਡਾਕਟਰ ਲੌਗਿਨ ਦੇ ਕਹੇ ਮੁਤਾਬਿਕ ਲਾਰਡ ਡਲਹੌਜੀ ਨੇ ਤੋਸ਼ੇਖਾਨੇ ਵਿੱਚੋਂ ਬੇਸ਼ਕੀਮਤੀ ਹੀਰੇ ਦਲੀਪ ਸਿੰਘ ਨੂੰ ਭੇਜੇ। ਇਸ ਮੌਕੇ ਦਲੀਪ ਸਿੰਘ ਨੇ ਪੁੱਛਿਆ ਕਿ ਮੇਰਾ ਕੋਹਿਨੂਰ ਹੀਰਾ ਕਿੱਥੇ ਹੈ ਜਿਹੜਾ ਮੈਂ ਆਪਣੇ ਪਿਛਲੇ ਜਨਮ ਦਿਨ 'ਤੇ ਪਾਇਆ ਸੀ। ਕੋਹਿਨੂਰ ਦੇ ਹੀਰੇ ਦਾ ਜ਼ਿਕਰ ਆਉਂਦੇ ਹੀ ਲੌਗਿਨ ਨੇ ਟਾਲ ਮਟੋਲ ਕਰਦਿਆਂ ਗੱਲ ਅਣਸੁਣੀ ਕਰ ਦਿੱਤੀ। ਮਹਾਰਾਜਾ ਦਲੀਪ ਸਿੰਘ ਨੂੰ ਬੰਦੀ ਬਣਾ ਕੇ ਇੰਗਲੈਂਡ ਦੇ ਸਾਊਥਹੈਂਪਟਨ ਵਿਖੇ ਲਿਆਂਦਾ ਗਿਆ ਤਾਂ ਉਸ ਵਕਤ ਮਹਾਰਾਜਾ ਦਲੀਪ ਸਿੰਘ ਹੁਣਾਂ ਦੇ ਨਾਲ ਬੇਸ਼ਕੀਮਤੀ ਕੋਹਿਨੂਰ ਹੀਰਾ ਵੀ ਸੀ। ਇੰਜ ਗੋਰੀ ਹਕੂਮਤ ਨੇ ਜਿੱਥੇ ਮਹਾਰਾਜਾ ਦਲੀਪ ਸਿੰਘ ਦੀ ਸਿੱਖੀ ਉਸ ਪਾਸੋਂ ਖੋਹ ਲਈ ਉੱਥੇ ਉਸ ਦਾ ਤਾਜ ਵੀ ਖੋਹ ਲਿਆ ਅਤੇ ਖੋਹ ਲਿਆ ਕੋਹਿਨੂਰ ਹੀਰਾ ਵੀ। ਸਿੱਖਾਂ ਦੇ ਤਾਜ ਵਿੱਚੋਂ ਖੋਹ ਕੇ ਇਹ ਹੀਰਾ ਗੋਰਿਆਂ ਨੇ ਆਪਣੇ ਤਾਜ ਵਿੱਚ ਜੜ ਲਿਆ ਜੋ ਅੱਜ ਵੀ ਬ੍ਰਿਟਿਸ਼ ਰਾਜ ਦੀ ਲੁੱਟ ਦੀ ਗਵਾਹੀ ਅਤੇ ਦੁਹਾਈ ਭਰਦਾ ਹੈ। ਭੁੱਲਾਂ ਦੀ ਖਿਮਾ। ਲਿਖਤ ਡਾਕਟਰ ਗੁਰਦੀਪ ਸਿੰਘ ਜਗਵੀਰ। ਧੰਨਵਾਦ ਸਾਹਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਾਣਕਾਰੀ ਆਪਣੇ ਦੋਸਤਾਂ ਮਿੱਤਰਾਂ ਅਤੇ ਹੋਰ ਨਾਲ ਸਾਂਝੀ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰਨਾ ਨਾ